ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 8ਵੇਂ ਵਿੱਚ ਅੱਜ ਆਪਾਂ ਮਾਝੇ ਦੇ ਸਿੱਖਾਂ ਦਾ ਬਿਦਾਵਾ, ਇਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਗੁਰੂ ਜੀ ਖਾਨੇ ਪਠਾਣ ਨੂੰ ਲੈ ਕੇ ਅੱਗੇ ਹੀ ਅੱਗੇ ਚਲੇ ਜਾ ਰਹੇ ਸਨ। ਕਈ ਨਾਲ ਬੈਰਾੜ ਸਨ ਜਿਹੜੇ ਹੌਲੀ ਹੌਲੀ ਘੋੜੇ ਚਲਾਉਂਦੇ ਸਨ। ਵੈਰੀਆਂ ਦੀ ਸੈਨਾ ਬਹੁਤ ਨੇੜੇ ਆ ਗਈ ਸੀ। ਗੁਰੂ ਜੀ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਹੋਏ ਅੱਗੇ ਅੱਗੇ ਚਲੇ ਜਾ ਰਹੇ ਸਨ। ਫਿਰ ਮਾਲਵੇ ਦੇ ਆਦਮੀਆਂ ਨੂੰ ਪਰਖਣ ਵਾਸਤੇ ਉਸ ਸਮੇਂ ਗੁਰੂ ਜੀ ਆਪਣੇ ਮੁਖ ਤੋਂ ਬੋਲੇ, ਹੁਣ ਸਾਨੂੰ ਬਹੁਤ ਪਿਆਸ ਲੱਗੀ ਹੈ, ਪਾਣੀ ਲੱਭੋ ਜਿਸ ਪਾਸੇ ਵੀ ਹੈ। ਗੁਰੂ ਜੀ ਪਾਸੋਂ ਸੁਣ ਕੇ ਸਾਰੇ ਪਾਣੀ ਲੱਭਣ ਲੱਗੇ। ਜਿਹੜੇ ਸਿੱਖ ਸੇਵਕ ਨਾਲ ਸਨ ਸਾਰੇ ਉਹਨਾਂ ਨੂੰ ਪੁੱਛਣ ਲੱਗੇ। ਖਾਨੇ ਪਠਾਣ ਦੇ ਪਾਸ ਇੱਕ ਛਾਗਲ ਸੀ। ਸਿੱਖਾਂ ਨੇ ਉਸ ਪਾਸੋਂ ਪਾਣੀ ਬਾਰੇ ਪੁੱਛਿਆ। ਤਦ ਉਸਨੇ ਕਿਹਾ, ਮੇਰੇ ਪਾਸ ਪਾਣੀ ਨਹੀਂ ਹੈ। ਫਿਰ ਸੋਚਿਆ ਕਿਸੇ ਪਾਸੋਂ ਪਾਣੀ ਮੁੱਲ ਲੈ ਲੈਂਦੇ ਹਾਂ। ਜਦ ਕਿਸੇ ਪਾਸ ਵੀ ਪਾਣੀ ਨਾ ਪਾਇਆ, ਗੁਰੂ ਜੀ ਵਾਸਤੇ ਚਾਹੀਦਾ ਹੈ, ਸਾਰਿਆਂ ਨੂੰ ਸੁਣਾਇਆ। ਤਦ ਖਾਨੇ ਪਠਾਣ ਨੇ ਦੱਸਿਆ, ਮੇਰੇ ਪਾਸ ਪਾਣੀ ਹੈ, ਮੁੱਲ ਲੈ ਕੇ ਪਾਣੀ ਦੇਵਾਂਗਾ। ਇੱਕ ਚਾਂਦੀ ਦਾ ਰੁਪਈਆ ਦੇ ਕੇ ਇੱਕ ਕਟੋਰਾ ਪਾਣੀ ਦਾ ਲੈ ਲਓ, ਬਹੁਤ ਠੰਡਾ ਹੈ, ਜਿਵੇਂ ਸ਼ੋਰੇ ਵਿੱਚ ਠੰਡਾ ਕੀਤਾ ਹੁੰਦਾ ਹੈ। ਗੁਰੂ ਜੀ ਦੇ ਸੇਵਕ ਨੇ 1 ਰੁਪਈਆ ਦੇ ਕੇ ਕਟੋਰਾ ਭਰ ਲਿਆ ਤੇ ਉਸ ਪ੍ਰਸੰਗ ਨੂੰ ਕਹਿ ਕੇ ਗੁਰੂ ਜੀ ਨੂੰ ਸੁਣਾ ਦਿੱਤਾ। ਪਾਣੀ ਨੂੰ ਵੇਖ ਕੇ ਗੁਰੂ ਜੀ ਨੇ ਹੱਥ ਵਿੱਚੋਂ ਸੁੱਟ ਦਿੱਤਾ ਤੇ ਫਿਰ ਕੁਝ ਦੇਰ ਬਾਅਦ ਉਚਾਰਨ ਕੀਤਾ, ਉਸ ਪਾਣੀ ਨੂੰ ਅਸੀਂ ਪੀਤਾ ਨਹੀਂ ਹੈ, ਨਿਰਮਲ ਨਹੀਂ ਸੀ, ਇਸ ਲਈ ਅਸੀਂ ਡੋਲ ਦਿੱਤਾ। ਇੱਕ ਕਟੋਰਾ ਪਾਣੀ ਦਾ ਹੋਰ ਲਿਆਓ, ਨਿਰਮਲ ਵੇਖ ਕੇ ਪਾਣੀ ਪੀ ਲਈਏ। ਸੇਵਕ ਨੇ ਫਿਰ ਜਾ ਕੇ ਖਾਨੇ ਨੂੰ ਆਖਿਆ, ਇੱਕ ਕਟੋਰਾ ਪਾਣੀ ਦਾ ਗੁਰੂ ਜੀ ਨੇ ਹੋਰ ਮੰਗਿਆ ਹੈ। ਉਹ ਕਹਿਣ ਲੱਗਾ, ਮੈਂ ਪਾਣੀ ਨਹੀਂ ਦਿਆਂਗਾ, ਮੈਂ ਪਾਣੀ ਆਪਣੇ ਪੀਣ ਵਾਸਤੇ ਰੱਖਿਆ ਹੈ। ਸਿੱਖ ਨੇ ਕਿਹਾ, ਤੇਰੇ ਪਾਸ ਕਾਫੀ ਪਾਣੀ ਹੈ, ਕਿਉਂ ਨਹੀਂ ਦਿੰਦਾ? ਗੁਰੂ ਜੀ ਨੂੰ ਪਿਆਸ ਲੱਗੀ ਹੈ। ਖਾਨਾ ਕਹਿਣ ਲੱਗਾ, ਇੱਕ ਅਸ਼ਰਫੀ ਦਿਓ ਤਾਂ ਪਾਣੀ ਦਾ 1 ਕਟੋਰਾ ਭਰ ਲਓ। ਸਿੱਖਾਂ ਨੇ ਕਿਹਾ, 1 ਰੁਪਈਆ ਲੈ ਲਓ ਤੇ ਗੁਰੂ ਜੀ ਵਾਸਤੇ ਪਾਣੀ ਭਰ ਦਿਓ। ਮੂਰਖ ਕਹਿਣ ਲੱਗਾ, ਮੈਂ ਪਾਣੀ ਨਹੀਂ ਦਿਆਂਗਾ, ਜੇ ਪਾਣੀ ਚਾਹੀਦਾ ਹੈ ਤਾਂ ਮੇਰੇ ਹੱਥ ਇੱਕ ਮੋਹਰ ਦਿਓ। ਸਤਿਗੁਰੂ ਜੀ ਨੇ ਕਿਹਾ, ਇਸ ਨੂੰ ਮੋਹਰ ਦੇ ਦਿਓ ਤੇ ਪਾਣੀ ਦਾ ਕਟੋਰਾ ਭਰ ਲਓ। ਇੱਕ ਮੋਹਰ ਦੇ ਕੇ ਕਟੋਰਾ ਭਰਵਾ ਲਿਆ ਤੇ ਸਤਿਗੁਰੂ ਜੀ ਨੇ ਇਹ ਵੇਖ ਕੇ ਬਚਨ ਕੀਤਾ, ਸਭ ਵਸਤੂਆਂ ਨਾਲੋਂ ਪਾਣੀ ਪਤਲਾ ਹੈ। ਹੇ ਖਾਨੇ, ਸੁਣੋ, ਤੂੰ ਕੁਝ ਵੀ ਨਹੀਂ ਜਾਣਿਆ ਹੈ, ਤੈਨੂੰ ਅਸੀਂ ਪਾਣੀ ਨਾਲੋਂ ਵੀ ਪਤਲਾ ਵੇਖਿਆ ਹੈ। ਅਸੀਂ ਅੱਜ ਤੇਰਾ ਭੇਦ ਜਾਣ ਲਿਆ ਹੈ। ਇਹ ਕਹਿ ਕੇ ਕਾਫੀ ਦੂਰ ਅੱਗੇ ਚਲੇ ਗਏ। ਫਿਰ ਮਾਝੇ ਦੇਸ਼ ਤੋਂ ਸਿੱਖ ਆਏ। ਹੱਥ ਜੋੜ ਕੇ ਉਹਨਾਂ ਨੇ ਗੁਰਫਤਿਹ ਬੁਲਾਈ, ਸਿਰ ਨਿਵਾ ਕੇ ਚਰਨ ਕਮਲਾਂ ਉੱਤੇ ਮੱਥਾ ਟੇਕਿਆ। ਦੋਹਾਂ ਪਾਸਿਆਂ ਦੇ ਸਿੱਖ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ, ਭਲੇ ਸਮੇਂ ਗੁਰੂ ਜੀ ਨਾਲ ਮੇਲ ਕੀਤਾ ਹੈ। ਖੜੇ ਹੋ ਕੇ ਫਿਰ ਉਹਨਾਂ ਨੇ ਆਪਣੀ ਬੇਨਤੀ ਕੀਤੀ, ਹੇ ਗੁਰੂ ਜੀ, ਸਾਡੀ ਬੇਨਤੀ ਵਾਲੇ ਬਚਨ ਸੁਣੋ। ਮਾਝੇ ਦੇਸ਼ ਦੇ ਸਾਰੇ ਪਿੰਡਾਂ ਨੇ ਮਿਲ ਕੇ ਤੁਹਾਡੇ ਵਾਲੇ ਪਾਸੇ ਤੋਂ ਚਿੱਤ ਵਿੱਚ ਚਿੰਤਾ ਧਾਰਨ ਕੀਤੀ ਹੈ। ਅਸੀਂ ਦੁਖੀ ਹੋ ਕੇ ਬਹੁਤ ਪਛਤਾਏ ਹਾਂ। ਇਹ ਸਾਰੇ ਸਿੱਖ ਉਹਨਾਂ ਨੇ ਭੇਜੇ ਹਨ। ਘੋੜਿਆਂ ਤੋਂ ਉਤਰ ਕੇ ਕੁਝ ਖੜੇ ਹੋ ਗਏ। ਉਹਨਾਂ ਵੱਲੋਂ ਕਹੀ ਹੋਈ ਬੇਨਤੀ ਨੂੰ ਤੁਸੀਂ ਸੁਣੋ। ਇਸ ਪ੍ਰਕਾਰ ਸੁਣ ਕੇ ਸਤਿਗੁਰੂ ਜੀ ਖੜੇ ਹੋ ਗਏ ਤੇ ਘੋੜੇ ਤੋਂ ਉਤਰ ਕੇ ਬੈਠ ਗਏ। ਕਈ ਸਿੰਘ ਘੋੜਿਆਂ ਉੱਪਰ ਚੜ੍ਹੇ ਰਹੇ, ਕਈ ਉਤਰ ਕੇ ਸਤਿਗੁਰੂ ਜੀ ਦੇ ਪਾਸ ਆ ਗਏ। ਮਾਝੇ ਦੇਸ਼ ਦੇ ਸਾਰੇ ਸਿੱਖ ਬੈਠ ਗਏ। ਵੱਡਾ ਦਰਬਾਰ ਲੱਗ ਗਿਆ। ਸਾਰਿਆਂ ਨੇ ਕਮਰ ਕਸਾ ਕੀਤਾ ਤੇ ਬੰਦੂਕਾਂ ਦੇ ਤੋੜੇ ਸੁਲਗ ਰਹੇ ਸਨ। ਤੁਰਕਾਂ ਦੇ ਨੇੜੇ ਹੀ ਆ ਜਾਣ ਦੀ ਅਵਾਈ ਸੀ। ਸਵੇਰੇ ਸਵਖਤੇ ਲੜਾਈ ਕਰਨੀ ਪੈ ਜਾਵੇਗੀ। ਯੁੱਧ ਵਾਸਤੇ ਤਿਆਰੀ ਕਰ ਰਹੇ ਸਨ। ਇੱਕ ਸਿੰਘ ਨੂੰ ਬੜੇ ਉੱਚੇ ਦਰਖਤ ਉੱਪਰ ਚੜਾਇਆ ਸੀ। ਉੱਪਰ ਚੜਾਇਆ ਸਿੰਘ ਉਸ ਪਾਸੇ ਵੱਲ ਵੇਖ ਰਿਹਾ ਸੀ। ਦੂਰ ਤੋਂ ਵੇਖ ਕੇ ਵਿਸ਼ੇਸ਼ ਖਬਰ ਦੇ ਰਿਹਾ ਸੀ। ਮਾਝੇ ਦੇਸ਼ ਦੇ ਸਾਰੇ ਸਿੰਘਾਂ ਨੇ ਆਪਣੀ ਗਾਥਾ ਬੇਨਤੀ ਸਹਿਤ ਸੁਣਾਈ। ਮਾਝੇ ਦੇਸ਼ ਦੇ ਬਹੁਤ ਪਿੰਡਾਂ ਦੇ ਲੋਕ ਮਿਲ ਕੇ ਇਕੱਠੇ ਹੋਏ ਹਨ। ਸਾਰੇ ਪਾਸਿਆਂ ਤੋਂ ਬਹੁਤ ਮਨੁੱਖ ਮਿਲ ਕੇ ਆਏ ਹਨ, ਜਿਹੜੇ ਪਿਤਾ ਪਿਤਾਮਾ ਧੁਰ ਤੋਂ ਗੁਰੂ ਜੀ ਦੇ ਵੱਡੇ ਸਿੱਖ ਹਨ। ਇਹ ਸਭ ਆਪ ਜੀ ਦੀ ਗਾਥਾ ਸੁਣ ਸੁਣ ਕੇ
ਮਿਲ ਮਿਲ ਬੜੇ ਦੁਖੀ ਹੋਏ ਸਨ। ਆਪਣੇ ਆਪ ਨੂੰ ਧਿਰਕਾਰਾਂ ਪਾਈਆਂ ਹਨ। ਦੇਸ਼ ਅਤੇ ਗੁਰੂ ਨਾਲ ਬੇਮੁਖਤਾ ਪਈ ਹੈ। ਜਿੱਥੇ ਵੀ ਕਦੀਮੀ ਸਿੱਖ ਰਹਿੰਦੇ ਸਨ, ਸਾਡੇ ਮਾੜੇ ਭਾਗ ਹਨ ਕਿ ਸਾਥੋਂ ਸਿੱਖੀ ਨਿਭਾਈ ਨਹੀਂ ਗਈ ਹੈ। ਇਸ ਪ੍ਰਕਾਰ ਵਿਚਾਰ ਕੇ ਸਿੱਖਾਂ ਨੂੰ ਇਕੱਠਿਆਂ ਕੀਤਾ ਤੇ ਸਲਾਹ ਕਰਕੇ ਤੁਹਾਡੇ ਪਾਸ ਭੇਜੇ ਹਨ। ਬਾਦਸ਼ਾਹ ਦੇ ਨਾਲ ਵੈਰ ਛੱਡ ਦਿਓ, ਅਸੀਂ ਵਿੱਚ ਪੈਂਦੇ ਹਾਂ, ਮੇਲ ਕਰ ਲਓ, ਸਾਰੇ ਕਾਰਜ ਨਿਬੇੜ ਕੇ ਲਿਆਵਾਂਗੇ, ਮਹਿਮਾ ਕਹਿ ਕੇ ਉਹਨਾਂ ਦੇ ਪਾਸ ਭੇਜਾਂਗੇ। ਤਦ ਸਾਡੀ ਸਿੱਖੀ ਨਿਭੇਗੀ, ਫਿਰ ਅਸੀਂ ਤੁਹਾਡੀ ਸ਼ਰਨ ਪਏ ਰਹਾਂਗੇ। ਜੇ ਤੁਰਕਾਂ ਨਾਲ ਝਗੜਾ ਰੱਖੋਗੇ ਤਾਂ ਸਾਰੀਆਂ ਰੀਤੀਆਂ ਨਾਲ ਉਹ ਵੱਡਾ ਦੁੱਖ ਦੇਵੇਗਾ, ਫਿਰ ਸਿੱਖੀ ਦਾ ਨਿਰਵਾਹ ਨਹੀਂ ਹੋ ਸਕੇਗਾ। ਲੋਕ ਹਿਰਦੇ ਵਿੱਚ ਬਹੁਤ ਸ਼ੰਕੀਰਨ ਹੋ ਗਏ ਹਨ। ਸਾਰੇ ਮਾਝੇ ਦੇਸ਼ ਨੇ ਇਸ ਪ੍ਰਕਾਰ ਕਹਿ ਕੇ ਭੇਜਿਆ ਹੈ, ਆਪ ਜੀ ਦੇ ਸਾਰੇ ਸੰਕਟਾਂ ਨੂੰ ਦੂਰ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਬੜਾ ਗੁੱਸਾ ਕੀਤਾ। ਉਹਨਾਂ ਨੇ ਸਾਰੇ ਇਕੱਠ ਵਿੱਚ ਆਪਣਾ ਉੱਤਰ ਇਸ ਪ੍ਰਕਾਰ ਸੁਣਾਇਆ, ਸਿੱਖਾਂ ਨੂੰ ਅਸੀਂ ਉਪਦੇਸ਼ ਦੇਣਾ ਹੈ। ਜੇ ਵਿਸ਼ੇਸ਼ ਕਰਕੇ ਸਿੱਖ ਸਾਨੂੰ ਹੀ ਉਪਦੇਸ਼ ਦੇਣ ਤਾਂ ਇਹ ਉਲਟੀ ਗੱਲ ਹੈ। ਸਾਨੂੰ ਤੁਹਾਡੀ ਕੋਈ ਚਾਹਤ ਨਹੀਂ ਹੈ। ਪਹਿਲਾਂ ਵੇਖਣ ਤੋਂ ਬਗੈਰ ਹੀ ਭੱਜ ਗਏ ਸਨ। ਜਿਹੜੇ ਗਏ ਹਨ ਸੋ ਗਏ ਹਨ, ਉਹ ਭੱਜੇ ਹੀ ਰਹੋ। ਹੁਣ ਤੁਹਾਨੂੰ ਕੌਣ ਬੁਲਾਉਣ ਲੱਗਾ ਹੈ? ਸਾਡੇ ਝਗੜਿਆਂ ਦਾ ਨਿਬੇੜਾ ਕਰਨਾ ਚਾਹੁੰਦੇ ਹੋ? ਪਹਿਲੀ ਵਾਰੀ ਤੁਸੀਂ ਕਿੱਥੇ ਗਏ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਾਸਤੇ ਤੁਸੀਂ ਬਾਦਸ਼ਾਹ ਜਹਾਂਗੀਰ ਪਾਸ ਨਾ ਗਏ, ਉਹਨਾਂ ਦੀ ਗੱਲ ਦਾ ਕੋਈ ਨਿਪਟਾਰਾ ਨਾ ਕਰਵਾਇਆ, ਡਰ ਧਾਰ ਕੇ ਆਪਣੇ ਆਪਣੇ ਘਰ ਬੈਠੇ ਰਹੇ। ਸਾਰੀ ਪੰਚਾਇਤ ਦਾ ਬਲ ਹਾਰ ਗਿਆ ਸੀ। ਫਿਰ 9ਵੇਂ ਪਾਤਸ਼ਾਹ ਜੀ ਹੋਏ ਹਨ, ਉਹ ਦਿੱਲੀ ਵਿੱਚ ਸੀਸ ਦੇਣ ਗਏ ਸਨ। ਤਦ ਮਾਝਾ ਆਦਿ ਸਾਰੇ ਦੇਸ਼ ਵੱਡਾ ਡਰ ਧਾਰ ਕੇ ਚੁੱਪ ਹੋ ਗਏ ਸਨ। ਕਿਸੇ ਨੇ ਵੀ ਜਾ ਕੇ ਬਾਦਸ਼ਾਹ ਨੂੰ ਨਾ ਕਿਹਾ। ਕੋਈ ਵੀ ਇਸ ਝਗੜੇ ਦੇ ਵਿੱਚ ਨਾ ਪਿਆ। ਉਸ ਸਮੇਂ ਉਸ ਝਗੜੇ ਨੂੰ ਕਿਸੇ ਨੇ ਜਾ ਕੇ ਕਿਉਂ ਨਹੀਂ ਨਿਬੇੜਿਆ? ਤਦ ਜਾਣਦੇ ਜੇ ਛੁਡਵਾ ਲੈਂਦੇ। ਮਨ ਵਿੱਚ ਜਾਣਦਿਆਂ ਹੋਇਆਂ ਵੀ ਇਹ ਕਾਰਜ ਕਿਉਂ ਨਾ ਕੀਤਾ? ਜੇ ਇਸ ਤਰ੍ਹਾਂ ਕਰਦੇ ਤਾਂ ਹੁਣ ਤੁਹਾਡਾ ਕਿਹਾ ਅਸੀਂ ਮੰਨ ਲੈਂਦੇ। ਕਿਸੇ ਪਾਸੋਂ ਵੀ ਕੋਈ ਕਾਰਜ ਨਾ ਸਰਿਆ। ਅਸੀਂ ਸਿੱਖ ਹਾਂ, ਇਹ ਵੀ ਕਿਸੇ ਨੇ ਆਪਣੇ ਆਪ ਨੂੰ ਨਾ ਜਣਾਇਆ ਤੇ ਨਾ ਹੀ ਪ੍ਰਗਟ ਕੀਤਾ। ਹੁਣ ਮੈਨੂੰ ਉਪਦੇਸ਼ ਕਰਨ ਆ ਗਏ ਹੋ। ਅਜਿਹੀ ਗੱਲ ਕਹਿ ਕੇ ਤੁਹਾਨੂੰ ਸ਼ਰਮ ਨਹੀਂ ਆਈ? ਤੁਹਾਨੂੰ ਆਪਣੇ ਸਿੱਖ ਬਣਾ ਕੇ ਅਸੀਂ ਕੀ ਲੈਣਾ ਹੈ? ਜਦ ਵੀ ਕੋਈ ਕੰਮ ਪੈਂਦਾ ਹੈ ਤਾਂ ਦਗਾ ਕਮਾ ਜਾਂਦੇ ਹੋ। ਹੁਣ ਮੈਨੂੰ ਲਿਖ ਕੇ ਦਿਓ ਕਿ ਅਸੀਂ ਤੇਰੇ ਸਿੱਖ ਨਹੀਂ ਹਾਂ, ਫਿਰ ਆਪਣੇ ਆਪਣੇ ਦੇਸ਼ਾਂ ਵਿੱਚ ਚਲੇ ਜਾਓ। ਇਸ ਪ੍ਰਕਾਰ ਗੁਰੂ ਜੀ ਪਾਸੋਂ ਰੁੱਖੇ ਬਚਨ ਸੁਣ ਕੇ ਸਾਰਿਆਂ ਨੇ ਆਪਣੇ ਸਿਰ ਨਿਵਾ ਲਏ। ਪਿੰਡਾਂ ਦੇ ਮੁਖੀ ਪੰਚਾਂ ਨੇ ਫਿਰ ਸਲਾਹ ਕੀਤੀ ਤੇ ਆਪਣੇ ਚਿੱਤ ਦੀ ਗੱਲ ਉਹਨਾਂ ਸਾਰਿਆਂ ਨੂੰ ਕਹੀ। ਕੁਝ ਦੇਰ ਬਾਅਦ ਗੁਰੂ ਜੀ ਨੇ ਫਿਰ ਕਿਹਾ, ਸਾਡੀ ਤੁਰਕਾਂ ਨੂੰ ਖਤਮ ਕਰਨ ਦੀ ਅਭਿਲਾਸ਼ਾ ਹੈ, ਪਰ ਇਹ ਸਿੱਖ ਤੁਰਕਾਂ ਨਾਲ ਮੇਲ ਕਰਾਉਣ ਆਏ ਹਨ। ਜਦੋਂ ਤੋਂ ਡਰਦੇ ਸਾਨੂੰ ਇਹ ਗੱਲ ਦੱਸਦੇ ਹਨ। ਕਿਉਂ ਨਹੀਂ ਤੁਸੀਂ ਸਿੱਖੀ ਤੋਂ ਬੇਦਾਵਾ ਲਿਖਦੇ? ਹੇ ਮਝੈਲੋ, ਲਿਖੋ, ਦੇਰ ਕਿਉਂ ਲਾਉਂਦੇ ਹੋ? ਦੂਸਰੀ ਵਾਰ ਜਦ ਗੁਰੂ ਜੀ ਨੇ ਕਿਹਾ ਲਿਖਣ ਵਾਸਤੇ, ਫਿਰ ਸਾਰਿਆਂ ਨੇ ਚਾਹਿਆ। ਸਾਰੇ ਸਿੱਖ ਵਿਚਾਰ ਕਰਦੇ ਹਨ ਕਿ ਸਾਰੇ ਮਾਝੇ ਦੇਸ਼ ਨੇ ਮਿਲ ਕੇ ਸਾਨੂੰ ਕਿਹਾ ਸੀ ਕਿ ਜੇ ਗੁਰੂ ਜੀ ਤੁਰਕ ਨਾਲ ਲੜਨ ਤਾਂ ਬੇਸ਼ੱਕ ਇਹ ਲਿਖ ਦੇਣਾ ਕਿ ਸਾਥੋਂ ਸਿੱਖੀ ਨਹੀਂ ਨਿਭ ਸਕਦੀ। ਇਸ ਪ੍ਰਕਾਰ ਵਿਚਾਰ ਕੇ ਬੇਦਾਵਾ ਲਿਖ ਦਿੱਤਾ ਤੇ ਗੁਰੂ ਜੀ ਨੇ ਲਿਖਵਾ ਕੇ ਆਪਣੀ ਜੇਬ ਵਿੱਚ ਪਾ ਲਿਆ। ਸਾਰਾ ਮਾਝਾ ਸਿੱਖੀ ਤੋਂ ਖਾਰਜ ਮਾੜੀ ਮਤ ਵਾਲਿਆਂ ਨੇ ਲਿਖ ਕੇ ਦਿੱਤਾ। ਜਿਹੜੇ ਜਿਹੜੇ ਬੇਮੁਖ ਅਤੇ ਸਿਦਕ ਰਹਿਤ ਸਿੱਖ ਹਨ, ਉਹਨਾਂ ਨੇ ਪੰਚਾਇਤ ਦੀ ਗੱਲ ਯਾਦ ਕਰਕੇ ਕਿਸੇ ਦੇਰ ਬਗੈਰ ਬੇਦਾਵਾ ਲਿਖ ਦਿੱਤਾ। ਅਸੀਂ ਕਦੇ ਵੀ ਗੁਰਸਿੱਖ ਨਹੀਂ ਸੀ। ਜਿਹੜੇ ਜਿਹੜੇ ਗੁਰਸਿੱਖ ਪਿਆਰੇ ਸਿਦਕ ਵਾਲੇ ਸਨ, ਉਹਨਾਂ ਨੂੰ ਵੱਡਾ ਕਸ਼ਟ ਪੈ ਗਿਆ ਤੇ ਉਹਨਾਂ ਦੇ ਮਨ ਭਾਰੇ ਹੋ ਗਏ। ਉਹ ਕਹਿਣ ਲੱਗੇ, ਇਹਨਾਂ ਨੇ ਬੇਦਾਵਾ ਲਿਖ ਕੇ ਬੜਾ ਬੁਰਾ ਕਾਰਜ ਕੀਤਾ ਹੈ। ਇਹਨਾਂ ਸਭ ਨੇ ਲੋਕ ਪਰਲੋਕ ਗਵਾ ਲਿਆ ਹੈ। ਸਤਿਗੁਰੂ ਜੀ ਆਪ ਵੀ ਉਦਾਸ ਹੋ ਗਏ ਹਨ, ਜਿਵੇਂ ਕੋਈ ਆਪਣੇ ਪਿਤਾ ਜੀ ਪਾਸ ਕਪੁੱਤਰ ਬਣ ਜਾਵੇ। ਦੋਵਾਂ ਪਾਸਿਆਂ ਤੋਂ ਮਹਾ ਬੇਰਸੀ ਹੋ ਗਈ। ਜਿਸ ਜਿਸ ਨੇ ਵੀ ਵੇਖਿਆ ਉਹ ਹੀ ਦੁੱਖ ਧਾਰਨ ਕਰਦਾ ਸੀ। ਮਝੈਲਾਂ ਵਿੱਚ ਜਿਹੜੇ ਭਲੇ ਸਿੱਖ ਸਨ, ਉਹ ਸੰਕਟ ਪਾ ਕੇ ਅਤੀ ਸੋਗਵਾਨ ਹੋ ਗਏ। ਆਪਣੇ ਦੇਸ਼ ਦੇ ਆਦਮੀਆਂ ਨੂੰ ਛੱਡ ਨਹੀਂ ਸਨ ਸਕਦੇ, ਪਰ ਆਪਣੇ ਆਪ ਨੂੰ ਗੁਰੂ ਜੀ ਤੋਂ ਬੇਮੁਖ ਵੇਖ ਕੇ ਧਿਰਕਾਰਯੋਗ ਸਮਝਦੇ ਸਨ। ਜਿਹੜੇ ਦਰਖਤਾਂ ਉੱਪਰ ਚੜ੍ਹ ਕੇ ਦੁਸ਼ਮਣ ਨੂੰ ਵੇਖ ਰਹੇ ਸਨ, ਇੰਨੇ ਵਿੱਚ ਸੁਣਾ ਕੇ ਉਹ ਕਹਿਣ ਲੱਗੇ, ਹੇ ਪ੍ਰਭੂ ਜੀ, ਖੜੇ ਹੋ ਕੇ ਕੀ ਵੇਖਦੇ ਹੋ? ਵੈਰੀ ਦਾ ਲਸ਼ਕਰ ਪਹੁੰਚ ਗਿਆ ਹੈ। ਵੱਡੀ ਧੂੜ ਨੇ ਉੱਡ ਕੇ ਸੂਰਜ ਨੂੰ ਢੱਕ ਲਿਆ ਤੇ ਨਗਾਰੇ ਵੱਜਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਕਈ ਹਜ਼ਾਰ ਘੋੜਸਵਾਰ ਆ ਰਹੇ ਹਨ। ਭਾਰੀ ਰੌਲਾ ਸੁਣਾਈ ਦੇ ਰਿਹਾ ਹੈ।
ਬੰਦੂਕਾਂ ਭਰ ਕੇ ਤਿਆਰੀ ਕਰੋ, 2 ਗੋਲੀਆਂ ਪਾ ਕੇ ਗਜ਼ਾਂ ਨੂੰ ਠੋਕੋ। ਉਹ ਹੁਣ ਦੂਰ ਨਹੀਂ ਰਹੇ ਹਨ, ਬਹੁਤ ਨੇੜੇ ਆ ਗਏ ਹਨ। ਇੱਕ ਘੜੀ ਵੀ ਨਹੀਂ ਲੱਗੇਗੀ ਕਿ ਸੂਰਬੀਰਾਂ ਦਾ ਪੇੜ ਹੋ ਜਾਏਗਾ। ਇਸ ਪ੍ਰਕਾਰ ਬੋਲਦੇ ਹੀ ਉਹ ਦਰਖਤ ਤੋਂ ਥੱਲੇ ਉਤਰ ਆਏ। ਸਤਿਗੁਰੂ ਜੀ ਫਿਰ ਘੋੜੇ ਉੱਪਰ ਸਵਾਰ ਹੋ ਗਏ। ਆਪਣਾ ਧਨੁੱਖ ਸੰਭਾਲ ਕੇ ਖਿੱਚ ਕੇ ਟੰਕਾਰਿਆ, ਫਿਰ ਵੱਡਾ ਤਿੱਖਾ ਤੀਰ ਕੱਢਿਆ। ਸਾਰੇ ਬੈਰਾੜਾਂ ਨੇ ਫਿਰ ਹੱਥ ਜੋੜੇ ਅਤੇ ਕਿਹਾ, ਸਤਿਗੁਰੂ ਜੀ ਕੁਝ ਇਸ ਪਾਸੇ ਚਲੇ ਜਾਓ, ਅੱਗੇ ਖਿਦਰਾਣੇ ਦੀ ਢਾਬ ਆਏਗੀ। ਉਹ ਯੁੱਧ ਕਰਨ ਵਾਸਤੇ ਚੰਗਾ ਟਿਕਾਣਾ ਹੈ। ਨਹੀਂ ਤਾਂ ਉਸ ਤੋਂ ਕੁਝ ਅੱਗੇ ਚਲੇ ਜਾਣਾ, ਜਿੱਥੇ ਜਲ ਤੁਰਕਾਂ ਦੇ ਹੱਥ ਨਾ ਲੱਗੇ। ਬਿਨ ਮਾਰਿਆਂ ਹੀ ਆਪੇ ਮਰ ਜਾਣਗੇ, ਨਹੀਂ ਤਾਂ ਪਿਆਸੇ ਹੀ ਭੱਜ ਜਾਣਗੇ। ਫਿਰ ਠਹਿਰ ਨਹੀਂ ਸਕਣਗੇ, ਤੁਰੰਤ ਚਲੇ ਜਾਣਗੇ। ਜਦ ਲੱਭਣ ਨਾਲ ਵੀ ਪਾਣੀ ਪ੍ਰਾਪਤ ਨਹੀਂ ਕਰ ਸਕਣਗੇ। ਇਸ ਪ੍ਰਕਾਰ ਉਹਨਾਂ ਦੀ ਸਲਾਹ ਕੰਨ ਨਾਲ ਸੁਣ ਕੇ ਗੁਰੂ ਜੀ ਹੌਲੀ ਹੌਲੀ ਅੱਗੇ ਚਲੇ ਗਏ। ਫਿਰ ਸਿੱਖ ਨੇ ਕਿਹਾ, ਤੁਰਕ ਨੇੜੇ ਆ ਗਏ ਹਨ। ਤੁਰਕਾਂ ਦੇ ਖੋਜੀ ਸਾਡੇ ਘੋੜਿਆਂ ਦੇ ਸੱਜਰੇ ਪੈਰਾਂ ਦੇ ਖੋਜ ਵੇਖ ਕੇ ਅਤੇ ਸਾਨੂੰ ਨੇੜੇ ਜਾਣ ਕੇ ਲੱਭਣ ਲਈ ਦੌੜਨਗੇ। ਵੈਰੀ ਬਾਰੇ ਉਸ ਸਮੇਂ ਗੁਰੂ ਜੀ ਨੇ ਕਿਹਾ, ਮੂਰਖ ਤੁਰਕਾਂ ਦੀਆਂ ਅੱਖਾਂ ਵਿੱਚ ਘੱਟਾ ਪੈ ਜਾਵੇਗਾ। ਆਪਣੇ ਸਰਦਾਰਾਂ ਨੂੰ ਸਾਡੀ ਖੋਜ ਬਾਰੇ ਨਹੀਂ ਕਹਿ ਸਕਣਗੇ। ਉਹਨਾਂ ਦੇ ਮੂੰਹ ਵਿੱਚ ਡੱਟਾ ਆ ਜਾਵੇਗਾ। ਮਤਵਾਲੇ ਹੋ ਕੇ ਹੇਠਾਂ ਤੱਕਣਗੇ, ਨੇੜੇ ਹੋ ਕੇ ਵੀ ਵੇਖ ਨਹੀਂ ਸਕਣਗੇ। ਇਸ ਪ੍ਰਕਾਰ ਕਹਿ ਕੇ ਖਿਦਰਾਣੇ ਦੀ ਢਾਬ ਤੱਕ ਗਏ। ਸਾਧ ਸੰਗਤ ਜੀ, ਇੱਥੇ ਗੁਰੂ ਜੀ ਨੇ ਉਹੀ ਸ਼ਬਦ ਪੜ੍ਹਿਆ ਸੀ ਜਿਹੜਾ 6ਵੇਂ ਪਾਤਸ਼ਾਹ ਨੇ 7ਵੇਂ ਪਾਤਸ਼ਾਹ ਨੂੰ ਬਖਸ਼ਿਆ ਸੀ ਕਿ ਜਦੋਂ ਵੀ ਤੁਹਾਡੇ ਉੱਤੇ ਤੁਰਕ ਚੜ੍ਹ ਕੇ ਆਉਣਗੇ, ਤੁਸੀਂ ਯੁੱਧ ਨਹੀਂ ਕਰਨਾ, ਸਿਰਫ ਇਹੀ ਸ਼ਬਦ ਪੜ੍ਹਨਾ ਹੈ, ਅੱਖੀਂ ਘੱਟਾ, ਮੂੰਹ ਵਿੱਚ ਡੱਟਾ, ਬੋਲ ਨਾ ਸਕੇ, ਬਿਟ ਬਿਟ ਤੱਕੇ, ਹਰ ਗੋਬਿੰਦ ਦੇ ਤੱਕੇ, ਮਾਰਿਆ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਦੁਸ਼ਮਣ ਦੇ ਸਿਰ ਬੱਟਾ, ਸਦਕਾ ਬਾਬੇ ਨਾਨਕ ਦਾ। ਸੋ ਇਸ ਪ੍ਰਕਾਰ ਕਹਿ ਕੇ ਖਿਦਰਾਣੇ ਦੀ ਢਾਬ ਤੱਕ ਗਏ। ਉਧਰ ਤੁਰਕ ਵੀ ਨੇੜਤਾ ਕਰਦੇ ਪਏ ਹਨ। ਮਾਝੇ ਦੇਸ਼ ਦੀ ਜਿਹੜੀ ਸੰਗਤ ਆਈ ਸੀ ਉਹ ਬੇਦਾਵਾ ਲਿਖ ਕੇ ਚਲੀ ਗਈ ਸੀ। ਸੋ ਸਾਧ ਸੰਗਤ ਜੀ, ਇੱਥੇ ਪਹਿਲੇ ਐਨ ਦਾ 8ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।